ਸ੍ਰੀ ਵਾਹਿਗੁਰੂ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਮਹਲਾ ਪੰਜਵਾ। ਧਨ ਇਹੋ ਥਾਨ ਗੋਬਿੰਦ ਗੁਣ ਗਾਏ। ਕੁਸਲ ਖੇਮ ਪ੍ਰਭ ਆਪ ਵਸਾਏ। ਧਨ ਇਹੋ ਥਾਨ ਗੋਬਿੰਦ ਗੁਣ ਗਾਏ। ਕੁਸਲ ਖੇਮ ਪ੍ਰਭ ਆਪ ਵਸਾਏ। ਬੇਪਤ ਤਹਾਂ ਜਹਾਂ ਹਰ ਸਿਮਰਨ ਨਾਹੀ। ਕੋਟ ਆਨੰਦ ਜਹ ਹਰ ਗੁਣ ਗਾਈ। ਹਰ ਵਿਸਰਿਐ ਦੁਖ ਰੋਗ ਕਨੇਰੇ। ਪ੍ਰਭ ਸੇਵਾ ਜਮ ਲੱਗੈ ਨਾ ਨੇਰੇ। ਸੋ ਵੱਡ ਭਾਗੀ ਨਹਿ ਚਲਤਾਨ। ਜਹ ਜਪੀਐ ਪ੍ਰਭ ਕੇਵਲ ਨਾਮ। ਜਹ ਜਾਈਐ ਤੈ ਨਾਲ ਮੇਰਾ ਸੁਆਮੀ। ਨਾਨਕ ਕੋ ਮਿਲਿਆ ਅੰਤਰਜਾਮੀ। ਜਹ ਜਾਈਐ ਤੈ ਨਾਲ ਮੇਰਾ ਸੁਆਮੀ। ਨਾਨਕ ਕੋ ਮਿਲਿਆ ਅੰਤਰਜਾਮੀ। ਸ੍ਰੀ ਵਾਹਿਗੁਰੂ ਜੀ। ਰਾਗ ਮਾਝ ਮਹਲਾ ਪੰਜਵਾ। ਸਾਰੁਤ ਸੁਹਾਵੀ ਜਿਤ ਤੋਧ ਸੰਭਾਲੀ। ਸੋ ਕਾਮ ਸੁਹੇਲਾ ਜੋ ਤੇਰੀ ਕਾਲੀ। ਜਿਸ ਸਮੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ 'ਤੇ ਬਖਸ਼ਿਸ਼ਾਂ ਹੋਈਆਂ, ਸੋਢੀ ਸੁਲਤਾਨ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ੀ ਔਰ 4ਥੀ ਪੌੜੀ ਉਚਾਰਨ ਵਾਸਤੇ ਵੀ ਬਚਨ ਕੀਤੇ।
ਫਿਰ ਸਤਿਗੁਰਾਂ ਨੇ ਚੌਥੀ ਪੌੜੀ ਉਚਾਰੀ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ। ਜਿਸ ਸਮੇਂ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਦੂਜਾ ਸ਼ਬਦ ਉਸੀ ਸਮੇਂ ਹੀ ਮਾਝ ਰਾਗ ਵਿੱਚ ਉਚਾਰਨ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਨਮੁਖ ਬੇਨਤੀ ਪੂਰਵਕ। ਫਿਰ ਇਹ ਬਚਨ ਕੀਤੇ ਆਪਣੇ ਮੁਖਾਰ ਬਿੰਦ ਤੋਂ। ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾ ਰੁੱਤ ਸੁਹਾਵੀ ਜਿਤ ਤੁਧ ਸੰਭਾਲੀ। ਹੇ ਮੇਰੇ ਸੱਚੇ ਪਾਤਸ਼ਾਹ, ਮੇਰੇ ਵਾਹਿਗੁਰੂ, ਉਹ ਰੁੱਤ ਸੋਭਨੀਕ ਸੁਹਾਵਣੀ ਹੈ ਜਿਸ ਸਮੇਂ ਆਪ ਨੂੰ ਸਿਮਰਾਂ ਸੰਭਾਲਾਂ, ਤੇਰੀ ਯਾਦ ਵਿੱਚ ਜੁੜਾਂ। ਸੋ ਕੰਮ ਸਹੇਲਾ ਜੋ ਤੇਰੀ ਕਾਲੀ, ਉਹ ਕਾਰਜ ਵੀ ਸੁਖਦਾਇਕ ਹੈ ਪਾਤਸ਼ਾਹ। ਜਿਸ ਸਮੇਂ ਆਪ ਦੀ ਘਾਲ ਘਾਲੀ ਜਾਵੇ, ਤੇਰੇ ਗੁਣ ਗਾਏ ਜਾਵਣ, ਤੇਰੀ ਸੇਵਾ ਕੀਤੀ ਜਾਵੇ, ਭਾਵੇਂ ਕਿ ਆਪ ਦੀ ਸੇਵਾ ਹੋਵੇ, ਉਹ ਘਾਲਣਾ ਘਾਲੀ ਜਾਵੇ, ਉਹ ਸੁਖਦਾਇਕ ਹੈ। ਸੋ ਰਿਦਾ ਸੋਹੇਲਾ ਜਿਤ ਰਿਦਾ ਤੂੰ ਉਠਾ, ਸਭਨਾ ਕੇ ਦਾਤਾ ਜੀਓ। ਪਾਤਸ਼ਾਹ ਫਰਮਾਉਂਦੇ ਨੇ, ਕਿ ਮੇਰੇ ਪਰਿਪੂਰਨ ਪਰਮਾਤਮਾ, ਉਹ ਹਿਰਦਾ ਵੀ ਸੁਖੀ ਹੈ ਜਿਸ ਹਿਰਦੇ ਵਿੱਚ ਆਪ ਸਰਬ ਦੇ ਦਾਤਾਰ ਵਸ ਰਹੇ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰਾ ਅਖੋਟ ਭੰਡਾਰਾ। ਗੁਰੂ ਅਰਜਨ ਦੇਵ ਮਹਾਰਾਜ ਬਚਨ ਕਹਿੰਦੇ ਨੇ, ਹੇ ਗੁਰ ਪਿਤਾ, ਹੇ ਸਰਬ ਦੇ ਸੁਆਮੀ ਮੇਰੇ ਮਾਲਕ, ਤੂੰ ਸਰਬ ਦਾ ਸਾਂਝਾ ਮਾਲਕ ਹੈ, ਇੱਕ ਦਾ ਨਹੀਂ ਕਿ ਕੇਵਲ ਮੇਰਾ ਹੀ ਹੈ, ਤੂੰ ਸਭਨਾ ਦਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਪਰ ਸਾਡਾ ਪਿਤਾ ਵੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਤੂੰ ਸਾਡਾ ਪਿਤਾ ਵੀ ਹੈ। ਉਹ ਸਾਂਝਾ ਸਾਹਿਬ ਮਾਲਕ ਹੈ ਜਗਤ ਦਾ। ਭਗਤਾਂ ਵਿੱਚ ਦੀ ਅਧਿਕ ਪ੍ਰੀਤੀ ਹੈ, ਜੋ ਦੇ ਤੇਰੇ ਭਗਤ ਨੇ ਤੇਰੀ ਯਾਦ ਵਿੱਚ ਜੁੜਦੇ ਨਹੀਂ, ਉਹਨਾਂ ਦੀ ਪਹਿਜ ਰੱਖਦਾ। ਇਹ ਤੇਰੇ ਪਾਏ ਹੋਏ ਨੌਂਦ ਦੀਆਂ ਆਦਿਕ ਪਦਾਰਥ ਨੇ, ਸੋ ਤੇਰਾ ਭੰਡਾਰਾ ਅਮੁੱਕ ਹੈ, ਉਹ ਮੁੱਕਦਾ ਨਹੀਂ, ਭੰਡਾਰੇ ਭਰੇ ਪਏ। ਐਸੀਆਂ ਬਖਸ਼ੀਸ਼ਾਂ ਨੇ ਤੇਰੇ ਦਰ ਤੇ, ਐਸੇ ਭੰਡਾਰੇ ਭਰਪੂਰ ਨੇ ਤੇਰੇ, ਦੇਂਦਾ ਦੇ ਲੈਂਦੇ ਥੱਕ ਪਾ ਕੇ, ਜੁਗਾਂ ਜੁਗੰਤਰ ਖਾਹੀ ਖਾ ਕੇ। ਨੌ ਨਿਧ ਤੇਰਾ ਖੁੱਟ ਭੰਡਾਰਾ, ਨੌ ਨਿਧੀਆਂ ਆਦਿਕ ਜੋ ਪਦਾਰਥ ਤੇਰੇ ਭੰਡਾਰੇ ਅਮੁੱਕ ਨੇ, ਮੁੱਕਦੇ ਨਹੀਂ। ਜੈਸ ਤੂੰ ਦੇ ਸੋ ਤ੍ਰੈਪਤ ਆਗਾਵੈ, ਸੋਈ ਭਗਤ ਤੁਮਾਰਾ ਜੀਓ। ਹੇ ਮੇਰੇ ਪਾਤਸ਼ਾਹ ਪਰਮ ਪਿਤਾ, ਜਿਸ ਨੂੰ ਆਪ ਬਖਸ਼ਦੇ ਹੋ, ਦਿੰਦੇ ਹੋ, ਉਹ ਪੁਰਸ਼ ਸਰੀਰ ਕਰਕੇ ਤ੍ਰਿਪਤ ਹੋ ਜਾਂਦਾ ਹੈ, ਮਨ ਕਰਕੇ ਅਗਾਉਂਦਾ ਹੈ। ਦੋਨਾਂ ਲੋਕਾਂ ਤੋਂ ਤ੍ਰਿਪਤ, ਲੋਕ ਤੇ ਪਰਲੋਕ ਦੇ ਸੁੱਖਾਂ ਤੋਂ। ਸੋਈ ਤੇਰਾ ਭਗਤ ਪਿਆਰਾ ਹੈ, ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੂਠਾ। ਸਭ ਕੋਈ ਆਪ ਦੀ ਆਸਾ ਕਰਕੇ ਬੈਠਾ ਹੈ, ਆਪ ਘਟ ਘਟ ਵਿੱਚ ਵਸ ਰਹੇ। ਸਭੇ ਸਾਂਝੀ ਵਾਲ ਸਦਾਏ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਹੇ ਮੇਰੇ ਪਰਿਪੂਰਨ ਪਰਮਾਤਮਾ, ਮੇਰੇ ਸਮਰੱਥ ਸਤਿਗੁਰੂ ਗੁਰਦੇਵ, ਸਭ ਕੋਈ ਆਪ ਦੇ ਸਾਂਝ ਵਾਲੇ ਸਧਾਉਂਦੇ ਨੇ ਕਿ ਸਾਡੇ ਸਾਂਝ ਵਾਲੇ ਗੁਰੂ ਨੇ। ਸਾਡਾ ਬੜਾ ਪਿਆਰ ਹੈ ਸਮਰੱਥ ਗੁਰੂ ਨਾਲ, ਸਭ ਕਹਿੰਦੇ, ਕਿਉਂਕਿ ਤੂੰ ਸਭਨਾ ਦਾ ਪਿਆਰਾ ਹੈ, ਸਾਂਝਾ ਮਾਲਕ ਹੈ।
ਸਭ ਤੇਰੇ ਨੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਾਡਾ ਪਿਤਾ ਵੀ ਹੈ। ਸਭੇ ਸਾਂਝੀ ਬਾਲ ਸਦਾਏ, ਤੂੰ ਕਿਸੇ ਨਾ ਦਿਸਹਿ ਬਾਹਰਾ ਜੀ। ਕਿਉਂ ਆਪ ਕਿਸੇ ਸੇ ਵਾਹ ਦ੍ਰਿਸ਼ਟੀ ਹੀ ਨਹੀਂ ਆਉਂਦੇ, ਕਿਉਂਕਿ ਸਭਨਾ ਦਾ ਤੂੰ ਮਾਲਕ ਪਿਆਰਾ ਹੈ। ਤੂੰ ਆਪੇ ਗੁਰਮੁਖ ਮੁਕਤ ਕਰਾਹੇ, ਤੂੰ ਆਪੇ ਮਨਮੁਖ ਜਨਮ ਵਾਵੇ। ਪਾਤਸ਼ਾਹ ਫਰਮਾਉਂਦੇ ਨੇ, ਤੂੰ ਆਪੇ ਗੁਰਮੁਖ ਮੁਕਤ ਰਾਹੇ, ਤੂੰ ਆਪੇ ਮਨਮੁਖ ਜਨਮ ਵਾਹੇ। ਤੂੰ ਆਪ ਹੀ ਗੁਰਮੁਖਾਂ ਨੂੰ ਜਨਮ ਤੇ ਮਰਨ ਤੋਂ ਮੁਕਤ ਕਰ ਦਿੰਦਾ, ਤੇਰੀ ਬਖਸ਼ਿਸ਼ ਹੈ। ਤੂੰ ਆਪ ਹੀ ਮਨਮੁਖਾਂ ਨੂੰ ਜਨਮ ਵਿੱਚ ਪਾ ਦਿੰਦਾ, ਜਨਮਾਂ ਜਨਮਤ ਦਾ, ਇਹ ਤੇਰੀ ਰਜਾ ਹੈ। ਤੂੰ ਮਾਲਕ ਹੈ ਦੀਨ ਦੁਨੀਆ ਦਾ, ਕਿਉਂਕਿ ਕਰਨ ਹਾਲ ਤੂੰ ਹੀ ਹੈ, ਕੋਈ ਦੂਜਾ ਨਹੀਂ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਨ ਹੈ, ਜਲ ਥਲ ਮਹੀਲ ਸੋਏ। ਤੂੰ ਆਪ ਹੈ, ਕੋਈ ਦੂਜਾ ਨਹੀਂ। ਨਾਨਕ ਦਾਸ ਤੇਰੇ ਬਲਿਹਾਰੈ, ਸਭ ਤੇਰਾ ਖੇਲ ਦਸਾਰਾ ਜੀਓ। ਪਾਤਸ਼ਾਹ ਫਰਮਾਉਂਦੇ ਨੇ, ਹੇ ਸੱਚੇ ਮੇਰੇ ਸਾਹਿਬ ਮੇਰੇ ਪ੍ਰਭੂ, ਮੈਂ ਆਪ ਕੇ ਬਲਿਹਾਰ ਕੁਰਬਾਨ ਜਾਂਦਾ ਹਾਂ, ਜਿਸ ਆਪ ਦਾ ਖੇਲ ਪ੍ਰਗਟ ਹੈ। ਤੂੰ ਚੋਜੀ ਪ੍ਰੀਤਮ ਹੈ, ਚੋਜ ਰਚਦਾ ਹੈ, ਫਿਰ ਬਖਸ਼ਿਸ਼ਾਂ ਵੀ ਆਪ ਕਰਦਾ ਹੈ। ਮਾਝ ਮਹੱਲਾ ਪੰਜਵਾਂ, ਅਨਹਦ ਵਾਜੈ ਸਹਿਜ ਸੁਹੇਲਾ। ਪੰਚਮ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਦੁਆਰਾ ਧਿਆਨ ਦੀ ਦਸ਼ਾ ਫਰਮਾਉਂਦੇ ਨੇ, ਅਨਹਦ ਵਾਜੈ ਸਹਿਜ ਸੁਹੇਲਾ। ਸਾਡੇ ਮਨ ਵਿੱਚ ਇੱਕ ਰਸ ਨਾਮ ਦਾ ਉਚਾਰਨ ਰੂਪ ਸ਼ਬਦ ਵੱਜਦੇ ਆ। ਇਸ ਕਰਕੇ ਸੁਭਾਵਿਕ ਹੀ ਸੁੱਖ ਨੂੰ ਪ੍ਰਾਪਤ ਹੋ ਰਹੇ ਹਾਂ, ਸੁੱਖਾਂ ਵਿੱਚ ਸ਼ਬਦ ਆਨੰਦ ਕਰੇ ਸਦ ਕੇਲਾ। ਇਹ ਭਾਈ ਸ਼ਬਦ ਵਿੱਚ ਆਨੰਦ ਹੋ ਕਰ ਸਰਬ ਦਾ ਵਿਲਾਸ ਕਰ ਰਹੀ। ਸਹਿਜ ਗੁਫਾ ਮਹਿ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਸਹਿਜ ਰੂਪੀ ਗੁਫਾ ਵਿੱਚ ਸਮਾਧੀ ਲਾ ਰਹੀ, ਇਹੀ ਉੱਚਾ ਆਸਣ ਬਣਾਇਆ। ਫਿਰ ਘੇਰ ਆਪਣੇ ਗ੍ਰਹਿ ਮੈਂ ਆਇਆ, ਫਿਰ ਘੇਰ ਆਪਣੇ ਗ੍ਰਹਿ ਮੈਂ ਆਇਆ। ਅਨੇਕ ਪ੍ਰਕਾਰਾਂ ਦੇ ਪਦਾਰਥਾਂ ਦਾ ਅਥਾ ਵਿਵਹਾਰਾਂ ਵਿੱਚ ਫਿਰ ਕਰਕੇ ਗ੍ਰਹਿ ਨਿਜ ਸੂਰ ਵਿੱਚ ਸਥਿਤ ਹੋਇਆ। ਜੋ ਲੋੜੀਂਦਾ ਸੋਈ ਪਾਇਆ, ਜੋ ਸਾਨੂੰ ਚਾਹੀਦਾ ਸੀ ਉਹ ਪ੍ਰਾਪਤ ਹੋਇਆ, ਮਿਲਿਆ। ਤ੍ਰੈਪਤ ਅਗਾਏ ਰਹਿਆ ਹੈ ਸੰਤੋ, ਗੁਰ ਅਨਭਉ ਪੁਰਖ ਦਿਖਾਰਿਆ ਜੀਓ। ਇਹ ਸੰਤ ਜਨੋ, ਗੁਰੂ ਨੇ ਅਨੁਭਵ ਰੂਪ ਪੁਰਖ ਦਾ ਦਰਸ਼ਨ ਕਰਾ ਦਿੱਤਾ। ਆ ਮੇਰਾ ਮਨ ਬਾਹਰ ਤੇ ਅਸੂਲ ਪਦਾਰਥਾਂ ਤੋਂ ਤ੍ਰਿਪਤ ਹੋ ਗਿਆ, ਅੰਤਰ ਦੀ ਵਾਸ਼ਨਾ ਤੋਂ ਅਗਾ ਇਸ ਲੋਕ ਦੇ ਪਦਾਰਥਾਂ ਤੋਂ ਤ੍ਰਿਪਤ ਸਵਰਗ ਆਦਿਕ ਲੋਕਾਂ ਦੇ ਵੇਖੇ ਭੋਗਾਂ ਤੋਂ ਵੀ ਅਗਾ ਗਿਆ। ਆਪੇ ਰਾਜਨ ਆਪੇ ਲੋਗਾ, ਐਸਾ ਨਿਸ਼ਚਾ ਹੋਇਆ ਕਿ ਪਰਮੇਸ਼ਰ ਮੇਰਾ ਵਾਹਿਗੁਰੂ ਆਪ ਹੀ ਰਾਜਾ ਸਰੂਪ ਹੈ, ਆਪ ਹੀ ਪ੍ਰਜਾ ਰੂਪ ਹੈ, ਕੋਈ ਦੂਜਾ ਨਹੀਂ, ਆਪ ਹੈ। ਆਪ ਨਿਰਵਾਣੀ ਆਪੇ ਭੋਗਾ। ਪਾਤਸ਼ਾਹ ਫਰਮਾਉਂਦੇ ਨੇ, ਆਪ ਹੀ ਬਿਰਕਤ ਰੂਪ ਹੈ ਨਿਰਵਾਣੀ, ਆਪ ਹੀ ਸਾਰੇ ਪਦਾਰਥਾਂ ਨੂੰ ਭੋਗਦਾ। ਆਪੇ ਤਖਤ ਬਹਿ ਸਚ ਨਿਆਈ,
ਸਭ ਚੂਕੀ ਕੂਕ ਪੁਕਾਰਿਆ ਜੀਓ। ਆਪ ਹੀ ਸਰੂਪ ਸਿੰਘਾਸਨ ਪਰ ਬੈਠ ਕੇ ਸੱਚੇ ਨਿਆਉ ਕਰਦਾ। ਮੇਰੇ ਮਨ ਦੀ ਸੰਪੂਰਨ ਪ੍ਰਕਾਰ ਨਿਵਰਤ ਹੋਈ ਕਿ ਸਭ ਕੁਝ ਪਰਮੇਸ਼ਰ ਨੂੰ ਮੰਨ ਕੇ ਕਲਪਨਾ ਦੇ ਤੋਂ ਰਹਿਤ ਹੋਇਆ। ਜਿਹਾ ਡਿਠਾ ਮੈਂ ਤੇ ਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ। ਮੈਨੇ ਜੈਸਾ ਦੇਖਿਆ ਸੋ ਤੈਸਾ ਕਥਨ ਕੀਤਾ। ਇਹੋ ਰਸ ਤਿਸ ਪੁਰਸ਼ ਨੂੰ ਆਇਆ ਜਿਸ ਨੇ ਇਸ ਭੇਦ ਨੂੰ ਪਾਇਆ। ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਪਾਤਸ਼ਾਹ ਫਰਮਾਉਂਦੇ ਨੇ, ਇਹ ਸੰਤ ਜਨੋ, ਜਿਸ ਇੱਕ ਪਰਮੇਸ਼ਰ ਮੇਰੇ ਪਰਵਤਗਾਰ ਨੇ ਸਰਬ ਪ੍ਰਪੰਚ ਨੂੰ ਰਚਿਆ, ਰਚਨਾ ਕੀਤੀ, ਤਿਸਦੀ ਜੋਤ ਸਾਤ ਸਭ ਜੋਤ ਅਭੇਦ ਹੋ ਤਾਂ ਮਨ ਨੂੰ ਸੁਖ ਪ੍ਰਾਪਤ ਹੋਇਆ ਮਿਲਿਆ। ਮਾਝ ਮਹੱਲਾ ਪੰਜੋਵਾਂ, ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ। ਇਹ ਸੰਤ ਜਨੋ, ਜਿਸ ਦੇ ਘਰ ਵਿੱਚ ਪਤੀ ਨੇ ਸੁਹਾਗ ਬਣਾਇਆ, ਭਾਵ ਕਿ ਜਿਸ ਦੇ ਅੰਤਸ਼ਕਰਨ ਵਿੱਚ ਪਰਮੇਸ਼ਰ ਪਤੀ ਦਾ ਪ੍ਰਕਾਸ਼ ਹੋਇਆ, ਇਹ ਸਖੀਏ ਇਸ ਘਰ ਵਿੱਚ ਮੰਗਲ ਰੂਪ ਹਰੀ ਦਾ ਜਸ ਗਾਇਨ ਕੀਤਾ। ਆਨੰਦ ਬਨੋਦ ਤਿਤੈ ਘਰ ਸੋਹੇ, ਜੋ ਧਨ ਕੰਤ ਸਿਗਾਰੀ ਜੀਓ। ਸਰਬ ਆਨੰਦ ਚੋਜ ਤਿਸ ਦੇ ਘਰ ਵਿੱਚ ਸੋਭਦੇ ਨੇ, ਜੋ ਇਸਤਰੀ ਭਗਤਾਂ ਨੇ ਸ਼ਿੰਗਾਰੀ। ਭਾਵੇਂ ਕਿ ਜਿਸ ਜੀਵ ਰੂਪ ਇਸਤਰੀ ਨੂੰ ਪਰਮੇਸ਼ਰ ਭਗਤਾਂ ਨੇ ਪ੍ਰੇਮ ਰੂਪੀ ਸ਼ਿੰਗਾਰ ਸੁਪੰਨ ਕੀਤਾ, ਬਖਸ਼ਿਸ਼ਾਂ ਕੀਤੀ। ਸਾ ਗੁਣਵੰਤੀ ਸਾ ਵੱਡ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ। ਪਾਤਸ਼ਾਹ ਫਰਮਾਉਂਦੇ ਨੇ, ਸੋਈ ਇਸਤਰੀ ਗੁਣਵੰਤੀ ਹੈ, ਗੁਣਾਂ ਵਾਲੀ, ਸੋਈ ਸ੍ਰੇਸ਼ਟ ਭਾਗਾਂ ਵਾਲੀ, ਵੱਡੇ ਭਾਗ। ਸੋਈ ਗਿਆਨ ਰੂਪੀ ਪੁੱਤਰਵੰਤੀ ਹੈ, ਸੋਈ ਸੀਲਵੰਤੀ, ਸੋਈ ਸੁਹਾਗਵੰਤੀ। ਰੂਪਵੰਤ ਸਾ ਸੁਗੜ ਬਚਖਣ, ਜੋ ਧਨ ਕੰਤ ਪਿਆਰੀ ਜੀਓ। ਸੋਈ ਨਿਸ਼ਕਪਟਤਾ ਰੂਪੀ ਰੂਪਵੰਤੀ, ਸੋਈ ਸ੍ਰੇਸ਼ਟ ਬਾਣੀ ਦੀ ਘਾੜਤ ਵਾਲੀ, ਸੋਈ ਚਤੁਰਖ ਹੈ, ਜੋ ਜੀਵ ਰੂਪ ਇਸਤਰੀ ਆਪਣੇ ਪਰਮੇਸ਼ਰ ਪਤੀ ਨੂੰ ਪਿਆਰੀ ਹੈ। ਅਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ। ਸੋਈ ਸ੍ਰੇਸ਼ਟ ਅਚਾਰਵੰਤੀ, ਸੋਈ ਸਭ ਜੀਵ ਰੂਪ ਇਸਤਰੀਆਂ ਵਿੱਚ ਮੁੱਖ ਪ੍ਰਧਾਨ ਗਿਣੀ ਗਈ। ਗਿਆਨ ਕਰਕੇ ਤਿਸ ਦੇ ਸਾਰੇ ਸ਼ਿੰਗਾਰ ਬਣੇ ਨੇ। ਸਾ ਕੁਲਵੰਤੀ ਸਾ ਸਬਰਾਈ, ਜੋ ਪਿਰ ਕੈ ਰੰਗ ਸਵਾਰੀ ਜੀਓ। ਸੋਈ ਕੁਲਵੰਤੀ ਉੱਚੀ ਕੁਲ ਵਾਲੀ, ਭਾਵ ਕਿ ਗਿਆਨਵਾਨਾਂ ਦੀ ਸੰਪਰਦਾ ਵਾਲੀ ਹੋ ਗਈ। ਸੋਈ ਪਟਰਾਣੀ ਹੈ, ਜਿਵੇਂ ਰਾਜੇ ਦੀਆਂ ਰਾਣੀਆਂ ਹੁੰਦੀਆਂ ਨੇ, ਇੱਕ ਪਟਰਾਣੀ ਹੁੰਦੀ ਹੈ ਜੋ ਮੁੱਖ ਕਿ ਮੁੱਖ ਗਿਆਨਵਾਨੀ, ਜੋ ਆਪਣੀ ਪਤੀ ਦੇ ਪ੍ਰੇਮ ਕਰਕੇ ਸਵਾਰੀ ਹੋਈ। ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ। ਦੀ ਉਪਮਾ ਕਥਨ ਨਹੀਂ ਕੀਤੀ ਜਾ ਸਕਦੀ। ਜੋ ਪਤੀ ਨੇ ਆਪਣੇ ਅੰਗ ਦੇ ਸਾਥ ਭੇਦ ਕਰਦੀ, ਮਿਲਾ ਨਹੀਂ। ਤੇਰੇ ਸੁਹਾਗ ਵਰ ਅਗਮ ਅਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਪਾਤਸ਼ਾਹ ਫਰਮਾਉਂਦੇ ਨੇ, ਇਹ ਸੰਤ ਜਨੋ, ਜਿਸ ਜੀਵ ਰੂਪ ਇਸਤਰੀ ਦਾ ਪਤੀ ਅਗਮ ਅਗੋਚਰ ਪਰਮੇਸ਼ਰ ਹੈ, ਸੋ ਪ੍ਰੇਮ ਦੇ ਸਹਿਤ ਇਸ ਪਤੀ ਦੇ ਪਾਸ ਚੱਲੀ ਪਹੁੰਚ ਗਈ ਤੇ ਇਹਦਾ ਸੁਹਾਗ ਸਦਾ ਹੀ ਥਿਰ ਰਹਿੰਦਾ।
ਵਾਜ ਮਹੱਲਾ ਪੰਜਵਾਂ। ਖੋਜਤ ਖੋਜਤ ਦਰਸ਼ਨ ਚਾਖੈ, ਭਾਂਤ ਭਾਂਤ ਬਨ ਬਨ ਅਵਗਾਖੇ। ਖੋਜਤ ਖੋਜਤ ਦਰਸ਼ਨ ਚਾਖੇ, ਭਾਂਤ ਭਾਂਤ ਬਨ ਬਨ ਅਵਗਾਖੇ। ਪਾਤਸ਼ਾਹ ਫਰਮਾਉਂਦੇ ਨੇ, ਹੇ ਸੰਤ ਜਨੋ, ਜਗਿਆਸੂ ਜਨੋ, ਤਿਸ ਪਰਮੇਸ਼ਰ ਦੇ ਦਰਸ਼ਨ ਦੀ ਇੱਛਾ ਵਾਸਤੇ ਢੂੰਡਦੇ ਹੋਏ ਭਾਂਤ ਭਾਂਤ ਬਣ ਬਣ ਵਿੱਚ ਭਰਮਣਾ ਕੀਤਾ। ਨਾਨਾ ਪ੍ਰਕਾਰ ਦੇ ਭੇਖਧਾਰੀ ਬਣ ਬਣ ਤੀਰਥ ਅਵਗਾਹਨ ਕੀਤੇ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਉ ਆਣ ਮਿਲਾਵੈ ਜੀਉ। ਐਸਾ ਵੀ ਕੋਈ ਸੰਤ ਜਨ ਜੋ ਗੁਣਾ ਅਤੀਤ ਔਰ ਮਾਇਆ ਸਵਲ ਬ੍ਰਹਮ ਜੋ ਮੇਰਾ ਖਰੀ, ਕੋਈ ਆ ਕੇ ਤੇ ਇਸ ਨੂੰ ਮੇਰੇ ਨਾਲ ਮਿਲਾ ਦੇਵੇ। ਕੋਈ ਐਸਾ ਹੈ ਖਟ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸਨਾਨਾ। ਅਨੇਕ ਪੁਰਸ਼ ਖਟ ਸਾਤਰਾਂ ਨੂੰ ਵਿਚਾਰਦੇ ਨੇ, ਅਨੇਕ ਮੁਖ ਸੇ ਗਿਆਨ ਕਥਨ ਕਰਦੇ ਨੇ, ਅਨੇਕ ਪੁਰਸ਼ ਤਿਲਕ ਆਦਿਕ ਲਗਾ ਕੇ ਪੂਜਾ ਕਰਦੇ ਨੇ, ਅਨੇਕ ਹੀ ਤੀਰਥਾਂ ਦੇ ਇਸ਼ਨਾਨ ਕਰਦੇ ਨੇ। ਦੇਵਲੀ ਕਰਮ ਆਸਨ 84, ਇਨ ਮਹਿ ਸੰਤ ਨ ਆਵੈ ਜੀਉ। ਅਨੇਕ ਹੀ ਨਿਵਲੀ ਕਰਮ ਜੋ ਜੋਗੀ ਜਨ ਸਰੀਰ ਦੀ ਸੁੱਧੀ ਨਿਵਿੱਤ ਕੇ ਤਨ ਸ਼ੁੱਧ ਹੋ ਜਾਵੇ। ਜਲ ਧਾਰਾ ਆਦਿਕ ਮੁਖ ਦੁਆਰਾ ਜਲ ਨਿਕਾਲ ਕੇ ਕਰਮ ਕਰਦੇ। ਅਨੇਕ ਹੀ ਸਿੱਧਾਂ ਦੇ ਜੋ ਰਾਸੀ ਆਸਣ ਨੇ ਸੋ ਕਰਦੇ ਨੇ, ਪਰੰਤੂ ਇਨ ਕਰਮਾਂ ਦੇ ਕਰਨੇ 'ਤੇ ਸ਼ਾਂਤੀ ਨਹੀਂ ਆਉਂਦੀ। ਭਾਵੇਂ ਕਰਦੇ ਨੇ ਬੜੇ ਕਰਮ, ਪਰ ਮਨ ਫਿਰ ਵੀ ਅਸ਼ਾਂਤ ਰਹਿੰਦਾ, ਸ਼ਾਂਤੀ ਨਹੀਂ। ਅਨਕ ਬਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ। ਅਨਕ ਵਰਖ ਜਪ ਤਪ ਕੀਤੇ, ਭਰਮਣ ਵਾਲਾ ਹੋ ਕੇ ਸਾਰੀ ਧਰਤੀ ਵਿੱਚ ਵੀ ਗਮਨ ਕੀਤਾ। ਪਾਤਸ਼ਾਹ ਫਰਮਾਉਂਦੇ, ਇਕ ਖਿਨ ਹਿਰਦੈ ਸਾਧ ਨ ਆਵੈ, ਜੋਗੀ ਬੋਹੜ ਬੋਹੜ ਉੱਠ ਧਾਵੈ ਜੀਉ। ਪਾਤਸ਼ਾਹ ਫਰਮਾਉਂਦੇ ਨੇ, ਤੂੰ ਇੱਕ ਛਿਨ ਮਾਤਰ ਵੀ ਹਿਰਦੇ ਵਿੱਚ ਸ਼ਾਂਤੀ ਪ੍ਰਾਪਤ ਨਹੀਂ ਹੋਈ। ਵਿਸ਼ਿਆਂ ਵਿੱਚ ਜੁੜਿਆ ਹੋਇਆ ਜੋ ਮਨੁੱਖ ਵਿਸ਼ਿਆਂ ਵਕਾਰਾਂ ਸੋ ਭਰਮਣ ਕਰਕੇ ਗ੍ਰਹਿਸਥ ਭਾਵ ਪਕੜਿਆ ਹੋਇਆ, ਉੱਠ ਕਰਕੇ ਉਹਨਾਂ ਕਰਮਾਂ ਨੂੰ ਧਾਮਦਾ ਹੈ ਜਾਂਦਾ। ਘਰ ਕਿਰਪਾ ਮੋਏ ਸਾਧੂ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ। ਪਾਤਸ਼ਾਹ ਫਰਮਾਉਂਦੇ ਨੇ, ਘਰ ਕਿਰਪਾ ਮੋਏ ਅਵਨਾਸੀ ਵਸਿਆ ਘਟ ਭੀਤਰ, ਹਰ ਮੰਗਲ ਨਾਨਕ ਗਾਵੈ ਜੀਉ। ਪਾਤਸ਼ਾਹ ਫਰਮਾਉਂਦੇ ਨੇ, ਪ੍ਰਭੂ ਜੋ ਨਾਸ ਤੋਂ ਰਹਿਤ ਹੈ, ਅਵਨਾਸੀ ਹੈ ਪ੍ਰਮਾਤਮਾ, ਸੋ ਮੇਰੇ ਅੰਤਸ਼ਕਰਨ ਵਿੱਚ ਵਸਿਆ ਹੈ ਭਾਈ। ਮੈਂ ਤਿਸ ਵਾਹੇ ਗੁਰੂ ਦੇ ਮੰਗਲ ਰੂਪ ਗੁਣ ਗਾਇਨ ਕਰਦਾ ਗਾਉਂਦਾ। ਵਾਜ ਮਹੱਲਾ ਪੰਜਵਾਂ। ਪਾਰ ਬ੍ਰਹਮ ਅਪਰੰਪਰ ਦੇਵਾ, ਆਗਮ ਅਗੋਚਰ ਅਲਾਖੇ ਅਭੇਵਾ। ਖੇ ਪਰਿਪੂਰਨ ਪ੍ਰਮਾਤਮਾ ਜੋ ਬ੍ਰਹਮਾਦਿਕ ਤਿਨਾਂ ਤੋਂ ਵੀ ਤੂੰ ਪਰੇ,
आगम अगोचर हैं गहर गंभीर हैं, अलख हैं तथा अभेद हैं। दीन दयाल गोपाल गोविंदा, खारत आवो गुरमुख गाती जियो। हे मेरे परवरदिगार, तू दीना पर दयालु है, कोई दीन बन के आ जावे तू रखदा। मेरे भगत जी कहते ने प्रभु हम सर दीन दयाल ना तुम सर, अब पति यार क्या कीता। मेरे वर्गा कोई दीन भी नहीं, पर तेरे वर्गा कोई दयालु भी नहीं। तू बड़ा दयालु बड़ा कृपालु है मेरे पातशाह। धन धन बाबा ईश्वर सिंह महाराज जी ने बख्शिशां करनियां भाई। सतगुरु बड़े दयालु कृपालु ने, ढैण विच देरी है बख्शण विच देरी नहीं। दीन दयाल गोपाल गोविंदा, कर ध्यावो गुरमुख गाती जी। पृथ्वी की पालना करदा दयालु कृपालु, इदां करके जानने योग है मेरा प्रभु। मैं तेरे को ध्याउंदा क्योंकि तू गुरमुखां की गति करदा। गुरमुख मधुसूदन निस्तारे, गुरमुख संगी कृष्ण मुरारे। हे मधुसूदन तैने गुरमुख तारे ने, हे कृष्ण मुरारी भगवान तू गुरमुखां दा संगी प्यारा। दयाल दमोदर गुरमुख पाइया, होरत कितै ना भाती जियो। हे दीन बंधु दीन दयाल दमोदर तू गुरमुखता करके मिलना, कोई प्रकार करके पाया नहीं जाता, होर यत्नां नाल नहीं तू मिलदा। निरहारी केशव निरवैरा, कोट जना जाके पूजे बैरा। ये केशव तू निराहारी निरवैर है, तेरा किसी नाल वैर नहीं। करोड़ां ही पुरुष जिस तेरे चरणां नूं पूजदे ने ध्याउंदे ने पातशाह। गुरमुख हिरदै जाकै हर हर सोई, भगत एकाती जियो। गुरमुख हिरदै जाकै सोई भगत एकांती जियो। भगत एकांती निजम करके भगती करने वाला वही है जो अकाम विच बैठा भगत प्यारा। जिस गुरमुख दे हिरदे विच तेरा नाम है, तेरी बंदगी है। अमोघ दर्शन बेअंत अपारा, बड़ समरथ सदा दातारा। ये बेअंत अपार दर्शन सफल है तेरा, तू बड़ा समरथ सदीव काल दात दे देण वाला तू मालिक है। गुरमुख नाम जपिए तित तरिए, गत नानक विरली जाति जियो। हे मेरे परवरदिगार, गुरमुखता करके गुरु द्वारा नाम जपीए भाई आराधीए, इस करके संसार सागर तो तर जाईदा। तू ये रीति किसी विरले पुरुषां ने जानी है कि मेरे गुरु दे बचन ने कि गुरमुख बनो नाम जपो, ठंडे वाटे दा अमृत छको गुरु वाले बनो। ते जपोगे तर जावोगे, सतगुर बाजो गुर नहीं कोई ने, गुरे का है नाम बुरा। बाज महला पंजोवा, कहे आ करना दिता लैना। गरीबां नाथा तेरा माना। हे मेरे परवरदिगार, जो कुछ आप दा कथन है, भावे कि जो वेदां आदिकां दी आग्या, शास्त्र कहते ने वेद कहते ने, सोई सानू जीवां नूं करनी जोग है, वो मनण जोग है। जो तेरा दिता होया
ਪਰਾਰਬਧ ਅਨੁਸਾਰ ਸੁਖ ਅਥਵਾ ਦੁੱਖ ਇਹ ਦੋ ਫਲ ਨੇ। ਪਰਾਰਬਧ ਦੇ ਅਨੁਸਾਰ ਸੋਈ ਲੈਣਾ, ਕਿਉਂਕਿ ਮਨੁੱਖ ਜੋ ਵੀ ਕਰਮ ਦਾ ਬੀਜ ਬੀਜਦਾ ਹੈ ਉਸ ਦੀ ਸਜ਼ਾ ਦੁੱਖ ਸੁੱਖ ਅਵਸ਼ਯ ਭੋਗਣਾ ਪੈਂਦਾ, ਭਾਵੇਂ ਕਿਸ ਜਨਮ ਦਾ ਹੋਵੇ, ਕਿਉਂਕਿ ਆਪਣਾ ਇੱਕ ਜਨਮ ਦਾ ਸੰਬੰਧ ਨਹੀਂ ਹੁੰਦਾ। ਆਪਾਂ ਕਈਆਂ ਜਨਮਾਂ ਤੋਂ ਗੁਜ਼ਰ ਕੇ ਆਏ ਹੁੰਦੇ, ਕੋਈ ਰਾਜਾ ਸੀ, ਕੋਈ ਮੰਗਤਾ ਸੀ, ਦੇਣੇ ਲੈਣੇ ਦੇ ਸੰਬੰਧ। ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ, ਉਹ ਐਸਾ ਮਾਲਕ, ਭਿਖਾਰੀ ਨੂੰ ਰਾਜਾ, ਰਾਜੇ ਨੂੰ ਭਿਖਾਰੀ ਬਣਾ ਦਿੰਦਾ। ਦੀਨ ਦੁਨੀਆ ਦਾ ਸਿਰਜਣਹਾਰ ਜੋ ਪਾਤਸ਼ਾਹ ਫਰਮਾਉਂਦੇ ਨੇ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਮਾਣਾ। ਕਿ ਮੇਰੇ ਪਰਵਰਦਗਾਰ ਜੋ ਕੁਝ ਆਪ ਦਾ ਕਥਨ ਹੈ ਉਹ ਸਤ ਹੈ। ਪਰਾਰਬਧ ਦੇ ਅਨੁਸਾਰ ਸੁੱਖ ਤੇ ਦੁੱਖ ਇਹ ਦੋ ਫਲ ਮਿਲਦੇ ਨੇ। ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ, ਬੜੀ ਬਲ ਵਾਲੀ ਗਤੀ। ਜੋ ਮਨੁੱਖ ਨੂੰ, ਅਵਤਾਰਾਂ ਨੂੰ, ਰਿਖੀਆਂ ਮੁਨੀਆਂ ਨੂੰ ਉਹ ਭੋਗਣੀ ਪਈ। ਮਨੁੱਖ ਭੋਗਦਾ ਕਿਉਂਕਿ ਕਰਮਾਂ ਦੀ ਗਤੀ ਹੀ ਐਸੀ ਹੈ ਜੋ ਮਰਿਆਦਾ ਵਿਧਾਨ ਤਰਲੋਕੀ ਦੇ ਮਾਲਕ ਨੇ ਬੰਧੀ ਹੈ, ਉਹ ਵਸ਼ ਹੋਣੀ ਹੈ। ਸਤਿਗੁਰੂ ਪਾਤਸ਼ਾਹ ਬਚਨ ਕਹਿੰਦੇ ਨੇ, ਦੀਨਾ ਪਰ ਅਨਾਥਾਂ ਨੂੰ ਤੇਰਾ ਮਾਣ ਵੀ ਹੈ, ਗਰੀਬਾਂ ਅਨਾਥਾਂ ਤੇਰਾ ਮਾਣ। ਹੇ ਮੇਰੇ ਪਰਵਰਦਗਾਰ ਜੋ ਦੀਨ ਨੇ, ਕਿਉਂਕਿ ਤੂੰ ਦੀਨ ਬੰਧੂ ਹੈ। ਕੋਈ ਦੀਨ ਬਣ ਕੇ ਆ ਗਿਆ ਤੂੰ ਰੱਖ ਲੈਂਦਾ, ਜੋ ਅਨਾਥ ਹੈ ਉਹਨਾਂ ਨੂੰ ਆਸਰਾ ਵੀ ਦਿੰਦਾ। ਤੇਰੇ ਤੇ ਮਾਣ ਵੀ ਹੈ, ਤਾਣ ਵੀ ਹੈ, ਕਿਉਂਕਿ ਰੱਬ ਦੇ ਜਨਾਂ ਭਗਤਾਂ ਨੂੰ ਆਪਣੇ ਮੁਰਸ਼ਿਦ ਸਮਰੱਥ ਗੁਰੂ ਤੇ ਮਾਣ ਵੀ ਹੁੰਦਾ ਕਿ ਮੇਰਾ ਮਾਲਕ ਵੱਡਾ ਹੈ, ਰੱਖ ਲਵੇਗਾ। ਜਿਵੇਂ ਬਾਬਾ ਬਿਧੀ ਚੰਦ ਜੀ ਚਾਰੇ ਪਾਸਿਓਂ ਘੇਰਾ ਪੈ ਗਿਆ, ਬਲਦੇ ਭੱਟ ਵਿੱਚ ਛਾਲ ਮਾਰ ਦਿੱਤੀ। ਪਤਾ ਸੀ ਮੇਰਾ ਗੁਰੂ ਸਮਰੱਥ ਹੈ, ਰੱਖ ਲਵੇਗਾ। ਵਿਸ਼ਵਾਸ ਭਰੋਸਾ ਸੀ ਕਿ ਮੈਨੂੰ ਇਹ ਅਗਨੀ ਕੁਝ ਨਹੀਂ ਕਰ ਸਕਦੀ, ਕਿਉਂਕਿ ਜੋ ਉਸ ਪਰਮੇਸ਼ਰ ਦੀ ਕਾਰ ਵਿੱਚ ਹੈ ਉਸ ਨੂੰ ਤਤੀ ਵਾਹ ਹਵਾ ਵੀ ਨਹੀਂ ਲੱਗਦੀ। ਪਾਤਸ਼ਾਹ ਦੇ ਬਚਨ ਵੀ ਨੇ, ਤਾਤੀ ਵਾਹ ਨਾ ਲੱਗ ਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਕਿਉਂਕਿ ਰਾਮ ਦੀ ਕਾਰ ਵਿੱਚ ਹੁਕਮ ਨਾਲ ਆਏ ਸੀ ਉਸ਼ਾਲੇ ਲੈਣ, ਤੇ ਲੈ ਕੇ ਗਏ ਵਾਪਸ, ਕਿਉਂਕਿ ਸੰਗਤਾਂ ਦੀ ਸ਼ਰਧਾ ਭਾਵਨਾ ਸੀ, ਉਹਨਾਂ ਨੇ ਲੁੱਟ ਲਏ ਸੀ। ਪਾਤਸ਼ਾਹ ਦੇ ਹੁਕਮ ਨਾਲ ਲੈਣੇ ਆਏ, ਕਿਉਂਕਿ ਉਹ ਮਾਲਕ ਰੱਖਦਾ ਹੈ। ਜੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਉਹ ਅਨਾਥਾਂ ਦਾ ਨਾਂ, ਉਸ ਤੇ ਮਾਣ ਹੈ, ਉਸ ਦੇ ਭਗਤਾਂ ਨੂੰ, ਸੰਤਾਂ ਨੂੰ, ਪਿਆਰਿਆਂ ਨੂੰ, ਕਿ ਮੇਰਾ ਮਾਲਕ ਵੱਡਾ ਹੈ। ਫਿਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਪੈਜ ਰੱਖੀ ਬਾਬਾ ਬਿਧੀ ਚੰਦ ਜੀ ਦੀ, ਤਤੀ ਵਾਹ ਵੀ ਲੱਗਣ ਨਹੀਂ ਦਿੱਤੀ, ਕਿਉਂਕਿ ਉਹ ਮਾਲਕ ਰੱਖਦਾ ਆਪਣੇ ਜਨਾਂ ਨੂੰ, ਆਪਣੇ ਮੁਰਸ਼ਿਦ ਸਮਰੱਥ ਗੁਰੂ ਤੇ ਮਾਣ ਵੀ ਹੁੰਦਾ। ਸਭ ਕਿਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਪਾਤਸ਼ਾਹ ਫਰਮਾਉਂਦੇ ਨੇ, ਸਭ ਕਿਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ। ਹੇ ਮੇਰੇ ਪਰਵਰਦਗਾਰ, ਮੇਰੇ ਗੁਰੂ ਨਾਨਕ, ਸਰਬ ਰੂਪ ਤੂੰ ਹੀ ਹੈ, ਕੋਈ ਦੂਜਾ ਨਹੀਂ। ਹੇ ਮੇਰੇ ਪਿਆਰੇ ਪਰਮੇਸ਼ਰ, ਮੈਂ ਤੇਰੀ ਸ਼ਕਤੀ ਕੋ ਬਲੇਗਾਰ ਕੁਰਬਾਨ ਜਾਂਦਾ। ਤੂੰ ਐਸਾ ਮਾਲਕ ਦੀਨ ਦੁਨੀਆ ਦਾ, ਗਰੀਬ ਨਵਾਜ਼, ਤੂੰ ਇੱਕ ਨੂੰ ਨਹੀਂ ਤਾਰਿਆ, ਜੋ ਵੀ ਤੇਰੀ ਸ਼ਰਨ ਵਿੱਚ ਆਇਆ ਉਹ ਤਰਿਆ। ਕਿਉਂਕਿ ਗੁਰੂ ਨਾਨਕ ਦਾ ਘਰ ਹੀ ਐਸਾ ਹੈ, ਕੋਈ ਪੁੰਨੀ ਆਇਆ, ਪਾਪੀ ਆਇਆ, ਉਹ ਤਰਿਆ। ਬਾਬਾ ਜੀ ਨੇ ਬਖਸ਼ਿਆ ਕਰਨੀਆਂ ਭਾਈ,
ਢਹਿਣ ਵਿੱਚ ਦੇਰੀ ਬਖਸ਼ਣ ਵਿੱਚ ਦੇਰੀ। ਤੂੰ ਸੱਚੇ ਹਿਰਦੇ ਨਾਲ ਢਹਿ ਪੈ ਬਖਸ਼ਿਆ ਜਾਵੇਗਾ। ਜਿਸ ਮਾਲਕ ਨੇ ਕੌਡੇ ਰਾਖਸ਼ ਵਰਗੇ ਬਖਸ਼ ਦਿੱਤੇ, ਬਲੀ ਗੰਧਾਰੀ ਵਰਗੇ ਜਿਨ੍ਹਾਂ ਨੇ ਪੱਥਰ ਸੁੱਟਿਆ ਸੀ ਜਗਤ ਦੇ ਮਾਲਕ ਤੇ, ਪਰ ਕੰਠ ਨਾਲ ਲਾਇਆ ਜਦੋਂ ਚਰਨਾਂ ਤੇ ਢਹਿ ਪਿਆ ਭੁੱਲ ਹੋ ਗਈ, ਬਖਸ਼ ਲਿਆ। ਉਹ ਵੱਡਾ ਦਿਆਲੂ ਤੇ ਕਿਰਪਾਲੂ, ਉਹ ਜੜ ਪੱਥਰ ਨੂੰ ਵੀ ਤਾਰਿਆ, ਕਿਉਂਕਿ ਉਹ ਮਾਲਕ ਆਇਆ ਹੀ ਤਾਰਨ ਵਾਸਤੇ। ਭਾਣੈ ਉਜੜ ਭਾਣੈ ਰਾਖਾ, ਭਾਣੈ ਹਰ ਗੁਣ ਗੁਰਮੁਖ ਗਾਵਾ। ਕਿ ਮੇਰੇ ਪਰਵਰਦਗਾਰ ਤੇਰੇ ਭਾਣੇ ਕਰਕੇ ਔਜੜ ਵਸ ਸੰਸਾਰ ਉਹ ਬਣ ਵਿੱਚ ਪੈ ਰਹੇ, ਕਿਉਂਕਿ ਤੇਰਾ ਭਾਣਾ, ਤੇਰਾ ਹੁਕਮ, ਤੇਰੇ ਭਾਣੇ ਕਰਕੇ ਭਗਤੀ ਗਿਆਨ ਰੂਪੀ ਰਸਤੇ ਵਿੱਚ ਪ੍ਰਾਪਤ ਹੋ ਰਹੀ, ਇਹ ਵੀ ਤੇਰਾ ਭਾਣਾ, ਤੇਰਾ ਹੁਕਮ। ਇਹ ਮੇਰੇ ਵਾਹਿਗੁਰੂ ਤੇਰੇ ਭਾਣੇ ਵਿੱਚ ਹੀ ਤੇਰੇ ਗੁਣਾਂ ਨੂੰ ਗੁਰਮੁਖ ਗਾਉਂਦੇ ਨੇ, ਜਪਦੇ ਨੇ। ਭਾਣੈ ਭਰਮ ਭਵੈ ਬਹੁ ਜੋਨੀ, ਸਭ ਕਿਛ ਤਿਸੈ ਰਜਾਈ ਜੀਓ। ਤੇਰੇ ਹੁਕਮ ਦੇ ਵਿੱਚ ਭਰਮ ਕਰਕੇ ਜੂਨੀਆਂ ਵਿੱਚ ਭਰਮ ਤੇ, ਇਹ ਵੀ ਤੇਰਾ ਹੁਕਮ। ਇਸ ਪ੍ਰਕਾਰ ਸਭ ਕੁਝ ਤੇਰੀ ਰਜਾ ਵਿੱਚ ਹੈ। ਸੋ ਕਰੇ ਜੇ ਤਿਸੇ ਰਜਾਏ, ਤੇਰੀ ਰਜਾ, ਕਿਉਂਕਿ ਤੇਰੇ ਹੁਕਮ ਤੋਂ ਬਿਨਾਂ ਕੁਝ ਹੁੰਦਾ ਨਹੀਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹਦੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਿਆਣੇ, ਹੁਕਮ ਵਿੱਚ ਹੀ ਮੂਰਖ। ਪਾਤਸ਼ਾਹ ਫਰਮਾਉਂਦੇ ਨੇ, ਨਾ ਕੋ ਮੂਰਖ ਨਾ ਕੋ ਸਿਆਣਾ, ਵਾਰਤੈ ਸਭ ਕਿਛ ਤੇਰਾ ਭਾਣਾ। ਇਹ ਮੇਰੇ ਪਰਵਰਦਗਾਰ ਗੁਰੂ ਨਾਨਕ, ਨਾ ਕੋਈ ਮੂਰਖ ਹੈ, ਨਾ ਕੋਈ ਆਪਣੇ ਆਪ ਸਿਆਣਾ, ਸਭ ਕੁਝ ਤੇਰਾ ਹੁਕਮ ਵਰਤ ਰਿਹਾ ਹੈ, ਕਿਉਂਕਿ ਤੂੰ ਮਾਲਕ ਹੈ। ਤੂੰ ਚਾਹੇ ਕਿਨ ਪਲ ਵਿੱਚ 4 ਵੇਦਾਂ ਦਾ ਗਿਆਤਾ ਬਣਾ ਦਿੰਦਾ। ਵੇ 8ਵੇਂ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ ਕੀਤੀਆਂ। ਅੱਜ ਸਤਿਗੁਰਾਂ ਦਾ ਆਗਮਨ ਗੁਰਪੁਰਬ ਵੀ ਹੈ। ਛੱਜੂ ਝਿਓਰ ਨੂੰ 4 ਵੇਦਾਂ ਦਾ ਗਿਆਤਾ ਤਤਕਾਲ ਬਣਾ ਦਿੱਤਾ। ਪੰਡਤ ਚਰਨਾਂ ਤੇ ਢਹਿ ਪਿਆ, ਪਾਤਸ਼ਾਹ ਭੁੱਲ ਗਿਆ, ਬਖਸ਼ ਲਓ। ਕਿਉਂਕਿ ਸਤਿਗੁਰੂ ਬੜੇ ਦਿਆਲੂ, ਬਖਸ਼ ਲਿਆ, ਬਖਸ਼ਿਸ਼ਾਂ ਕੀਤੀਆਂ ਪੰਡਤ ਤੇ। ਛੱਜੂ ਝਿਓਰ ਨੂੰ 4 ਵੇਦਾਂ ਦਾ ਗਿਆਤਾ, ਵੇਹ ਦੀ ਨਜ਼ਰ ਛਿਟੀ ਹੀ ਰੱਖੀ, ਕਿਉਂਕਿ ਉਹ ਮਾਲਕ ਹੈ ਦੀਨ ਦੁਨੀਆ ਦਾ, ਸਿਰਜਣਹਾਰ ਦਾਤਾਰ ਹੈ। ਆਪਣੇ ਆਪ ਨਾ ਕੋਈ ਮੂਰਖ ਨਾ ਕੋਈ ਸਿਆਣਾ, ਸਭ ਕੁਝ ਉਸਦਾ ਹੁਕਮ ਹੀ ਵਰਤ ਰਿਹਾ। ਵਰਤੈ ਸਭ ਕਿਛ ਤੇਰਾ ਭਾਣਾ, ਉਹ ਵੀ ਉਸਦੇ ਭਾਗ ਜਾਗੇ ਸੀ। ਛੱਜੂ ਝਿਓਰ ਦੇ ਉਸਨੂੰ ਉਤਾਰਨਾ ਸੀ। ਤੇ ਪਿਛਲੇ ਕਰਮ ਸੀ ਕਿ ਸਤਿਗੁਰੂ ਆਵਣਗੇ, 8ਵੇਂ ਗੁਰੂ ਨਾਨਕ ਤਾਰਨਗੇ, ਬਖਸ਼ਿਸ਼ਾਂ ਕਰਨਗੇ। ਆਗਮ ਅਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਹੇ ਆਗਮ, ਹੇ ਅਗੋਚਰ, ਹੇ ਮਨ ਬਾਣੀ ਕੇ ਵਿਸ਼ੇ, ਹੇ ਬੇਅੰਤ ਮੇਰੇ ਵਾਹਿਗੁਰੂ, ਜਿਸਦੀ ਹਾਥ ਨਹੀਂ, ਤੇਰੀ ਕੀਮਤ ਕਥਨ ਨਹੀਂ ਕੀਤੀ ਜਾ ਸਕਦੀ। ਕੋਈ ਕਹਿ ਹੀ ਨਹੀਂ ਸਕਦਾ ਇਹਨਾਂ ਦੇ ਕਰਕੇ ਤੂੰ ਇਤਨਾ ਵੱਡਾ ਹੈ, ਤੇਰੀ ਕੀਮਤ ਹੈ। ਆਗਮ ਅਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀ। ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ। ਹੇ ਮੇਰੇ ਗੁਰੂ ਨਾਨਕ, ਆਪਣੇ ਆ ਜਨਾਂ ਸੰਤਾਂ ਦੀ ਮੈਨੂੰ ਵੀ ਚੰਨ ਧੂੜੀ ਦਵੋ, ਚੰਨ ਪਾਸਾਂ ਤੇਰੇ ਜਨਾਂ ਦੇ, ਕਿਉਂਕਿ ਤੂੰ ਸੰਤਾਂ ਦਾ ਪਿਆਰਾ। ਕਈ ਦਿਨਾਂ ਦੇ ਸੰਤ ਭੁੱਖੇ, ਸਤਿਗੁਰਾਂ ਨੇ ਲੰਗਰ ਲਾਇਆ, ਪ੍ਰਸ਼ਾਦਾ ਆਪ ਛਕਾਇਆ ਜਗਤ ਦੇ ਮਾਲਕ ਨੇ, ਔਰ ਪਿਤਾ ਤੋਂ ਮਾਰ ਵੀ ਖਾਧੀ ਕਿ ਮੇਰੇ ਪਿਆਰੇ ਭੁੱਖੇ ਨੇ।
ਉਹ ਐਸਾ ਭਗਤਾਂ ਦਾ ਪਿਆਰਾ ਆਦ ਤੋਂ ਹੈ, ਅੱਜ ਦਾ ਨਹੀਂ। ਆਦ ਤੋਂ ਰੱਖਦਾ ਆਇਆ ਆਪਣਿਆਂ ਜਨਾਂ ਦੀ। ਖਾਕ ਸੰਤਨ ਕੀ ਦੇਹੋ ਪਿਆ, ਆਏ ਪਿਆ ਹਰ ਤੇਰਾ ਦੁਆਰੇ। ਇਹ ਮੇਰੇ ਵਾਹਿਗੁਰੂ ਮੇਰੇ ਪਿਆਰੇ ਸੰਤ ਜਨਾਂ ਦੀ ਮੈਨੂੰ ਚਰਨਾਂ ਦੀ ਧੂੜੀ ਬਖਸ਼ੋ, ਮੈਂ ਤੇਰੇ ਦੁਆਰੇ ਆਇਆ, ਆਏ ਪਿਆ ਹਰ ਤੇਰੇ ਦੁਆਰੇ। ਇਹ ਮੰਗ ਮੰਗਦਾ ਖਾਂ, ਜਿਵੇਂ ਸਤਿਗੁਰੂ ਫਰਮਾਉਂਦੇ ਨੇ, ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ। ਇਹ ਹੈ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਧੂਰੇ। ਇਹ ਵੱਡਾ ਸੁਖ ਤੇ ਆਨੰਦ ਮੰਗਦਾ ਹਾਂ, ਤੇਰੀਆਂ ਜਨਾਂ ਦੀ ਧੂੜੀ ਨਸੀਬ ਹੋ ਜਾਵੇ, ਕਿਉਂਕਿ ਵੱਡਾ ਫਲ ਹੈ ਮਹਾਤਮਾ ਦੇ ਚਰਨਾਂ ਦੀ ਧੂੜੀ ਦਾ। ਨਾਨਕ ਧੂੜ ਪਨੀਤ ਸਾਧ ਲੱਖ ਕੋਟ ਰਾਗੇ, ਲੱਖਾਂ ਕਰੋੜਾਂ ਪਰਾਜ ਦਾਜ ਦੇ ਇਸ਼ਨਾਨ ਦਾ ਫਲ, ਵੱਡੀਆਂ ਬਖਸ਼ੀਸ਼ਾਂ। ਦਰਸ਼ਨ ਪੇਖਤ ਮਨ ਆਗਾਵੈ, ਨਾਨਕ ਮਿਲਣ ਸੁਭਾਈ ਜੀਓ। ਜਦ ਸੰਤਾਂ ਦੇ ਦਰਸ਼ਨ ਕਰਿਆ ਮਨ ਤ੍ਰਿਪਤ ਹੁੰਦਾ, ਤਬ ਤੇਰਾ ਮਿਲਾਪ ਸੁਭਾਵਿਕ ਹੀ ਹੋ ਜਾਂਦਾ, ਕਿਉਂਕਿ ਰੱਬ ਦੇ ਜਨ ਮਿਲਦੇ ਨੇ, ਫਿਰ ਰੱਬ ਵੀ ਮਿਲਦਾ ਹੈ। ਸੰਤਾਂ ਦੇ ਮਿਲਿਆਂ ਤੇ ਮਿਲਦਾ ਹੈ, ਵਿਧਾਨ ਮਰਿਆਦਾ ਹੈ। ਭਾਈ ਸਾਹਿਬ ਵੀ ਬਚਨ ਕਹਿੰਦੇ ਨੇ, ਗੋਇਆ ਜੇਕਰ ਅੱਖ ਤੇਰੀ ਪੀ, ਗੋਇਆ ਜੇਕਰ ਅੱਖ ਤੇਰੀ ਪੀ, ਰੱਬ ਦੇਖਣਾ ਚਾਖੇ, ਛੇਤੀ ਜਾ ਤੂੰ ਸੰਤਾਂ ਦੇ ਵੱਲ, ਉਹ ਰੱਬ ਵਿਖਾਲਣ ਆਏ, ਉਹ ਰੱਬ ਵਿਖਾਲਣ ਹੀ ਆਏ ਨੇ। ਆਪ ਤਾਂ ਮਿਲੇ ਹੋਏ ਨੇ, ਮਿਲਾਵਣ ਆਏ ਨੇ, ਧੁਰੋਂ ਦਰਗਾਹ ਤੋਂ ਆਏ ਨੇ, ਤਰਲੋਕੀ ਦੇ ਮਾਲਕ ਨੇ ਭੇਜਿਆ ਕਿ ਆਪ ਪਹਿਲਾਂ ਜਪੋ, ਫਿਰ ਜਪਣ ਦਾ ਉਪਦੇਸ਼ ਦਿਓ। ਇਹ ਬਾਬਾ ਜੀ ਨੇ ਜਪਿਆ, ਆਪ ਪ੍ਰਤੱਖ ਕਰਕੇ ਪੂਜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਆਪ ਪ੍ਰਗਟ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਗੁਰੂ ਨਾਨਕ ਨੂੰ, ਤੇ ਸਮਤ ਬਖਸ਼ੀ ਪਲਗਾਂ ਤੇ ਵਿਰਾਜਮਾਨ ਕਰਵਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਪਦੇਸ਼ ਦਿੱਤਾ ਕਿ ਸਤਿਗੁਰੂ ਹਾਜ਼ਰਾ ਹਜ਼ੂਰ ਨੇ ਜਾਗਤ ਜੋਤ, ਜੋ ਕਲਗੀਧਰ ਮਹਾਰਾਜ ਜੀ ਦੇ ਉਪਦੇਸ਼ ਸੰਦੇਸ਼ ਹੈ। ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾਮ, ਕਿ ਇੱਕ ਤੋਂ ਬਿਨਾ ਦੂਜੇ। ਬਾਬਾ ਜੀ ਨੇ ਆਪ ਬਖਸ਼ਿਆ ਕੀਤੀਆਂ, ਕਿਉਂਕਿ ਸਾਧੂ ਜੋ ਸੰਤ, ਰੱਬ ਇੱਕ ਹੈ ਦੋ ਨਹੀਂ, ਸੰਤ ਅਨੰਤ ਹੈ ਅੰਤਰ ਨਾਹੀ, ਆਪ ਭੇਜਦਾ, ਆਪ ਹੀ ਚੱਲ ਕੇ ਆਉਂਦਾ। ਸਤਿਗੁਰੂ ਦਾ ਇਹ ਬਚਨ ਕਹਿੰਦੇ ਨੇ, ਸਾਧ ਰੂਪ ਆਪਣਾ ਤਨ ਧਾਰਿਆ, ਆਪ ਆਇਆ ਸਾਧੂ ਦੇ, ਕਠਨ ਬੰਦਗੀ ਕੀਤੀ, ਫਿਰ ਬਖਸ਼ਿਸ਼ਾਂ ਕੀਤੀ, ਕਿਉਂਕਿ ਮਾਲਕ ਹੈ ਤਰਲੋਕੀ ਦਾ। ਦਰਸ਼ਨ ਪੇਖਤ ਮਨ ਆਗਾਵੈ, ਨਾਨਕ ਮਿਲਣ ਸੁਭਾਈ ਜੀਓ। ਬਾਜ ਮਹੱਲਾ ਪੰਜਵਾਂ, ਦੁਖ ਤਰੇ ਜਾਂ ਬਿਸ, ਸਰਕਾਰ ਦੇ ਧਾਮ ਦਾ ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਇਆਲਾ ਜੀਓ। ਇਹ ਦੀਨਾ ਪਰ ਦਿਆਲਤਾ ਕਰਨ ਵਾਲੇ ਮੇਰੇ ਗੁਰੂ ਨਾਨਕ, ਜਿਸਨੂੰ ਤੂੰ ਆਪਣਾ ਨਾਮ ਬਖਸ਼ ਦਵੇਂ, ਨਾਮ ਦੀ ਦਾਤ ਦਵੇਂ, ਸੋ ਨਾਮ ਸਿਮਰਨ ਕਰਕੇ ਸਦਾ ਹੀ ਸੁਖੀ ਹੋ ਜਾਂਦਾ, ਉਸ ਦੇ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ ਨੇ। ਸਤਿਗੁਰ ਮੇਰਾ ਵੱਡ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ। ਹੇ ਮੇਰੇ ਪਰਵਰਦਗਾਰ, ਮੇਰਾ ਸਤਿਗੁਰੂ ਵੀ ਬੜਾ ਸਮਰੱਥ ਹੈ। ਕਿਵੇਂ ਸਮਰੱਥ, ਕੈਸਾ ਸਮਰੱਥ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਬਸਾਰੇ।
ਇੱਕ ਗੱਲ ਕਰਨ ਯੋਗ ਨਹੀਂ, ਸਾਰੀਆਂ ਗੱਲਾਂ ਜੋ ਕੁਝ ਵੀ ਮੰਗ ਲੈ ਮਿਲੇਗਾ, ਕਿਉਂਕਿ ਵੱਡਾ ਮਾਲਕ ਗਹਿਰ ਗੰਭੀਰ ਹੈ, ਸਭ ਕੁਝ ਕਰਨ ਯੋਗ ਹੈ। ਜੀ ਕਿਰਪਾ ਕਰਕੇ ਮੈਂ ਤੇਰੇ ਜਦ ਇਸ ਦੇ ਵਿੱਚ ਸੰਭਾਲਣਾ ਕੀਤਾ ਪਾਤਸ਼ਾਹ, ਤਾਂ ਮੇਰਾ ਸਾਰਾ ਦੁੱਖ ਲੈ ਗਿਆ। ਜੀ ਸੰਭਾਲੀ ਤਾਂ ਸਭ ਦੁੱਖ ਲੱਥਾ। ਜਦੋਂ ਯਾਦ ਵਿੱਚ ਜੁੜਿਆ ਤੇਰੇ ਨਾਮ ਨੂੰ ਜਪਿਆ, ਸਾਰੇ ਦੁੱਖ ਸੁੱਖਾਂ ਵਿੱਚ ਬਦਲ ਗਏ। ਚਿੰਤਾ ਰੋਗ ਗਈ ਹੋਂ ਪੀੜਾ, ਆਪ ਕਰੇ ਪ੍ਰਤਪਾਲਾ ਜੀਓ। ਚਿੰਤਾ ਰੂਪੀ ਰੋਗ, ਹੰਤਾ ਰੂਪੀ ਪੀੜਾ ਵੀ ਚਲੀ ਗਈ। हे ਮੇਰੇ ਪਰਮੇਸ਼ਰ, ਤੂੰ ਆਪ ਪ੍ਰਤੀਪਾਲਣਾ ਕਰਦਾ। ਬਾਰਕ ਵਾਂਗੀ ਹੋ ਸਭ ਕਿਛ ਮੰਗਾ, ਦੇਂਦੇ ਤੋਟ ਨਾਹੀ ਪ੍ਰਭ ਰੰਗਾ। ਇਹ ਮੇਰੇ ਗੁਰੂ ਨਾਨਕ ਬਾਲਕ ਵਤ, ਮੈਂ ਤਾਂ ਤੇਰਾ ਬਾਲਕ ਹਾਂ। ਹਮ ਬਾਲਕ ਤੋ ਸਰਣਾਈ, ਪ੍ਰਭ ਆਪੇ ਪੈਜ ਰਖਾਈ। ਅਸੀਂ ਤਾਂ ਤੇਰੇ ਬਾਲਕੇ, ਬਾਲਕ ਵਤ ਸਭ ਕੁਝ ਤੇਰੇ ਤੋਂ ਮੰਗਦਾ, ਕਿਉਂਕਿ ਮੰਗਣਾ ਵੀ ਆਪਣੇ ਮਾਲਕ ਤੋਂ ਹੈ, ਕਿਉਂਕਿ ਸਭ ਆਪਾਂ ਉਸਦੇ ਬਾਲਕੇ। ਉਹ ਮਾਲਕ ਵੱਡਾ ਸਮਰੱਥ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਹਰ ਜੀ ਮੇਰੀ ਸਾਧ ਕਰੇ, ਹਮ ਖਰ ਕੇ ਬਾਲਕ, ਹਰੀ ਦੇ ਬਾਲਕੇ। ਜੇ ਸਮਝ ਲਈਏ ਕਿ ਵਾਸਤਵ ਤੇ ਮਾਤਾ ਪਿਤਾ ਆਪਣਾ ਵਾਹਿਗੁਰੂ ਗੁਰੂ ਨਾਨਕ ਹੈ। ਦੁਨਿਆਵੀ ਮਾਤਾ ਪਿਤਾ ਨੇ ਸਤਿਕਾਰਯੋਗ ਨੇ, ਵਾਸਤਵ ਤੇ ਮਾਤਾ ਪਿਤਾ ਇੱਕ ਮੇਰਾ ਵਾਹਿਗੁਰੂ ਗੁਰੂ ਨਾਨਕ ਹੈ। ਪਾਤਸ਼ਾਹ ਫਰਮਾਉਂਦੇ ਨੇ, ਬਾਲਕ ਵਾਂਗੀ ਹੋ ਸਭ ਕਿਛ ਮੰਗਾ। ਜਿਵੇਂ ਬਾਲਕ ਆਪਣੇ ਪਿਤਾ ਤੋਂ ਸਭ ਕੁਝ ਮੰਗਦਾ, ਦਾਅਵੇ ਨਾਲ ਵੀ ਕਹਿੰਦਾ ਮੈਨੂੰ ਇਹ ਵਸਤੂ ਚਾਹੀਦੀ ਹੈ। ਇਹ ਪ੍ਰਭੂ ਆਨੰਦ ਰੂਪ ਤੇਰੇ ਘਰ ਵਿੱਚ ਦਿੰਦੇ ਹੋਏ ਕੋਈ ਤੋਟ ਨਹੀਂ। ਤੇਰੇ ਤਾਂ ਭੰਡਾਰੇ ਭਰੇ ਪਏ ਨੇ, ਦੇਂਦੇ ਤੋਟ ਨਾਹੀ ਪ੍ਰਭ ਰੰਗਾ। ਕੋਈ ਤੋਟ ਹੀ ਨਹੀਂ, ਕੋਈ ਘਾਟਾ ਹੀ ਨਹੀਂ। ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਇਆਲ ਗੋਪਾਲਾ ਜੀਓ। ਬਾਰੰਗਵਾਰ ਚੜਨਾ ਪਦ ਪੈ ਕੇ, ਹੇ ਦੀਨ ਬੰਧੂ ਦੀਨ ਦਿਆਲ ਗੋਪਾਲ ਜੀ, ਮੈਂ ਆਪ ਨੂੰ ਬਹੁਤ ਪ੍ਰਸੰਨ ਕਰਦਾ, ਤੇਰੀ ਚਰਨ ਪਸਦਾ। ਤੂੰ ਮਾਲਕ ਦੀਨ ਦੁਨੀਆ ਦਾ, ਗੋਬਿੰਦ ਭਾਓ ਭਗਤ ਦਾ ਭੁੱਖਾ। ਉਹ ਤਾਂ ਪ੍ਰੇਮਾ ਭਗਤੀ ਦਾ ਭੁੱਖਾ ਹੈ। ਧੰਨੇ ਭਗਤ ਦੀ ਭਾਵਨਾ ਸੀ, ਸ਼ਰਧਾ ਸੀ। ਬਟਾ ਨਹੀਂ ਜਾਣਿਆ ਮੇਰਾ ਠਾਕਰ ਮੇਰਾ ਪ੍ਰਭੂ। ਭੋਗ ਲਵਾਇਆ, ਪ੍ਰਤੱਖ ਪ੍ਰਸ਼ਾਦਾ ਛਕਾਇਆ, ਫਿਰ ਸੀਧ ਪ੍ਰਸ਼ਾਦ ਵੀ ਛਕਿਆ। ਭਗਵਾਨ ਕਹਿਣ ਲੱਗੇ, ਸਾਰੇ ਭਗਤਾਂ ਨੇ ਮੇਰੀ ਆਰਤੀ ਕੀਤੀ, ਤੂੰ ਨਹੀਂ ਕੀਤੀ। ਉਹ ਜੋ ਤੈਨੂੰ ਇੱਛਾ ਮੰਗ ਲੈ। ਭਗਤ ਧੰਨਾ ਜੀ ਕਹਿਣ ਲੱਗੇ, ਪ੍ਰਭੂ ਮੈਂ ਤਾਂ ਸਿੱਧਾ ਸਾਦਾ ਜੱਟ ਹਾਂ, ਮੈਂ ਤਾਂ ਆਰਤਾ ਕਰਾਂਗਾ। ਗੋਪਾਲ ਤੇਰਾ ਆਰਤਾ, ਜੋ ਜਨ ਤੇਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਦਾਲ ਸੀਧਾ ਮੰਗੋ ਕੀਓ, ਹਮਾਰਾ ਖੁਸ਼ੀ ਕਰੈ ਨਿਤ ਜੀ। ਪਨੀਆ ਸ਼ਾਦ ਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਂਸ ਮੰਗੋ ਲਾਵੇ, ਇੱਕ ਤਾਜਨ ਤੁਰੀ ਅੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰ। ਸਾਰਾ ਕੁਝ ਹੀ ਮੰਗ ਲਿਆ। ਪ੍ਰਭੂ ਬੜੇ ਪ੍ਰਸੰਨ, ਬਖਸ਼ੀਸ਼ਾਂ ਕੀਤੀਆਂ। ਫਿਰ ਕਹਿਣ ਲੱਗੇ ਹੋਰ ਮੰਗ ਲੈ। ਭਗਤ ਧੰਨਾ ਜੀ ਸੋਚਣ ਲੱਗੇ, ਸਾਰੀਆਂ ਵਸਤੂਆਂ ਮੰਗ ਲਈਆਂ, ਹੁਣ ਕੀ ਮੰਗਾਂ। ਫਿਰ ਇਹ ਬੇਨਤੀ ਕੀਤੀ, ਪ੍ਰਭੂ ਜਦੋਂ ਤੈਨੂੰ ਯਾਦ ਕਰਾਂ ਤੂੰ ਆਉਣਾ ਹੈ। ਇਹ ਨਹੀਂ ਕਿ ਕਈ ਦਿਨ ਤੈਨੂੰ ਯਾਦ ਕਰੀ ਜਾਵਾਂ, ਅਰਦਾਸਾਂ ਕਰਾਂ ਤੂੰ ਆਵੇਂ ਨਾ। ਇਹ ਵੀ ਬਚਨ ਹੋ, ਜਦੋਂ ਕੋਈ ਹਲ ਬਾਉਣਾ ਆਦਿ ਕਾਜ ਵਿਖਾਦ ਕੋਈ ਕਰਨੇ, ਪ੍ਰਭੂ ਨੂੰ ਸੱਦ ਲੈਣਾ। ਵੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਹ ਤਲੋਕੀ ਦਾ ਮਾਲਕ ਐਸਾ ਹੈ, ਸਮਰੱਥ ਹੈ ਆਪਣੇ ਆ ਪਿਆਰਿਆਂ ਦਾ।
ਆਦ ਤੋਂ ਰੱਖਦਾ ਆ, ਅੱਜ ਵੀ ਰੱਖਦਾ, ਅੱਗੇ ਵੀ ਰੱਖੇਗਾ। ਪਰ ਕੋਈ ਸੱਚਾ ਭਗਤ ਹੋਵੇ ਨੇ ਜਾਣ ਲਿਆ ਕਿ ਮੇਰਾ ਮਾਲਕ ਹੈ, ਮੇਰਾ ਪਿਤਾ ਹੈ। ਜੋ ਪਾਤਸ਼ਾਹ ਫਰਮਾਉਂਦੇ ਨੇ, ਪੈਰੀ ਪੈ ਪੈ ਬਹੁਤ ਮਨਾਈ, ਜਿਵੇਂ ਧੰਨੇ ਭਗਤ ਨੇ ਮਨਾ ਲਿਆ ਪ੍ਰਭੂ। ਬੇਨਤੀਆਂ ਰਜੋਈਆਂ ਕਰਕੇ ਦੀਨ ਦਿਆਲ ਗੋਪਾਲਾ ਜੀ, ਇਹ ਬਾਬਾ ਜੀ ਨੇ ਪ੍ਰਸੰਨ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਬੇਨਤੀਆਂ ਰਜੋਈਆਂ ਸਤਿਗੁਰੂ, ਇਹ ਵੀ ਤੁਹਾਡਾ ਸਰੂਪ ਡਾਢਾ ਸੋਹਣਾ ਹੈ, ਪਰ ਉਸ ਸਰੂਪ ਦੇ ਵਿੱਚ ਦਰਸ਼ਨ ਬਖਸ਼ੋ ਜਿਸ ਸਰੂਪ ਵਿੱਚ ਸੱਜਣ ਠੱਗ ਨੂੰ ਅਨੇਕਾਂ ਨੂੰ ਤੁਸੀਂ ਤਾਰਿਆ। ਪਾਤਸ਼ਾਹ ਪ੍ਰਤੱਖ ਪ੍ਰਗਟ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਪ੍ਰਸ਼ਾਦ ਛਕਿਆ, ਸੀਤ ਪ੍ਰਸ਼ਾਦ ਬਖਸ਼ਿਆ, ਉਹ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਹਉ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ। ਮੈਂ ਸਤਿਗੁਰੂ ਪੂਰੇ, ਕਿਉਂਕਿ ਗੁਰੂ ਵੀ ਪੂਰਾ ਹੋਵੇ, ਅਧੂਰਾ ਨਾ ਹੋਵੇ, ਕੱਚਾ ਨਾ ਹੋਵੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਗੁਰ ਕਾ ਸੁਨਿਆ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਫਿਰ ਨਿਕਟ ਹੀ ਦੇਖੇਗਾ ਤਰਲੋਕੀ ਦੇ ਮਾਲਕ ਨੂੰ, ਕਿਉਂਕਿ ਗੁਰੂ ਪੂਰਾ ਹੈ, ਉਪਦੇਸ਼ ਪੂਰੇ ਗੁਰੂ ਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਹਉ ਬਲਿਹਾਰੀ ਸਤਿਗੁਰ ਪੂਰੇ, ਮੈਂ ਪੂਰੇ ਗੁਰੂ ਤੋਂ ਬਲਿਹਾਰ ਜਾਂਦਾ ਸਾਂ, ਜਿਸਨੇ ਮੇਰੇ ਸੰਪੂਰਨ ਬੰਧਨ ਕੱਟ ਦਿੱਤੇ। ਜਿਨ ਬੰਧਨ ਕਾਟੇ ਸਗਲੇ ਮੇਰੇ, ਕਿਉਂਕਿ ਸਮਰੱਥ ਗੁਰੂ ਬੰਧਨ ਕੱਟਦਾ ਹੈ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ। ਇਹ ਨਾਮ ਦਾ ਰੰਗ ਚੜ੍ਹਦਾ ਹੈ। ਖਿਰਦੈ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ। ਹੇ ਮੇਰੇ ਗੁਰੂ ਨਾਨਕ, ਇਹਨੇ ਗੁਰੂ ਨੇ ਆਨੰਦ ਰੂਪੀ ਰਸ ਦਾ ਘਰ ਜੋ ਤੇਰਾ ਨਾਮ ਹੈ, ਇਹ ਆਨੰਦ ਦਾ ਰਸ ਦਾ ਘਰ ਹੈ, ਪਰਮੇਸ਼ਰ ਦਾ ਨਾਮ। ਸੋ ਇਹਦੇ ਵਿੱਚ ਦੇ ਕੇ ਹਾਜ਼ੀ ਦਾਸ ਜਗਿਆਸੂ ਜਾਂ ਨਿਰਮਲ ਬਣਾ ਦਿੱਤੇ। ਐਸਾ ਆਨੰਦ ਪ੍ਰਾਪਤ ਹੋਇਆ ਜੋ ਸਰਬ ਰਸਾਂ ਦਾ ਘਰ ਹੈ। ਮਾਝ ਮਹੱਲਾ ਪੰਜਵਾਂ, ਲਾਲ ਗੋਪਾਲ ਦਇਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਬਿੰਦ। ਹੇ ਲਾਲ ਗੋਪਾਲ, ਹੇ ਦਿਆਲੂ ਕਿਰਪਾਲੂ ਰੰਗੀਲੇ, ਹੇ ਗੋਬਿੰਦ, ਹੇ ਬੇਅੰਤ, ਹੇ ਗਹਿਰ ਗੰਭੀਰ ਮੇਰੇ ਸਤਿਗੁਰੂ। ਊਚ ਅਥਾ ਬੇਅੰਤ ਸੁਆਮੀ, ਸਿਮਰ ਸਿਮਰ ਹੋਂ ਜੀਵਾ ਜੀਓ। ਸਭ ਤੋਂ ਉੱਚਾ ਅਥਾਹ ਹੈ ਮੇਰੇ ਮਾਲਕ, ਬੇਅੰਤ ਹੈ। ਤੇਰੇ ਕੋ ਮਨ ਤਨ ਕਰਕੇ ਸਿਮਰ ਕਰਕੇ ਮੈਂ ਜਿਉਂਦਾ ਹਾਂ, ਕਿਉਂਕਿ ਤੂੰ ਵੱਡਾ ਮਾਲਕ ਹੈ। ਦੁਖ ਭੰਜਨ ਨਿਧਾਨ ਅਮੋਲ, ਨਿਰਭਉ ਨਿਰਵੈਰ ਅਥਾ ਅਤੁਲ। ਹੇ ਦੁੱਖਾਂ ਦੇ ਨਾਸ ਕਰਨ ਵਾਲੇ ਮੇਰੇ ਪਰਮ ਪਿਤਾ, ਮੇਰੇ ਵਾਹਿਗੁਰੂ, ਅਮੋਲਕ ਜਿੱਦਾਂ ਦੇ ਘਰ ਤੂੰ ਨਿਰਭੈ ਹੈ, ਤੈਨੂੰ ਕਿਸੇ ਦਾ ਡਰ ਭੈ ਨਹੀਂ। ਤੂੰ ਮਾਲਕ ਹੈ ਦੀਨ ਦੁਨੀਆ ਦਾ, ਨਿਰਵੈਰ ਅਥਾਹ ਹੈ, ਤੋਲਕ ਹੈ, ਤੋਲਿਆ ਨਹੀਂ ਜਾਂਦਾ। ਅਕਾਲ ਮੂਰਤ ਅਜੂਨੀ ਸੰਭਉ, ਮਨ ਸਿਮਰਤ ਠੰਡਾ ਥੀਵਾ ਜੀਓ। ਅਕਾਲ ਦੀ ਮੂਰਤ ਹੈ, ਕਾਲ ਦੇ ਵਸ ਨਹੀਂ, ਕਿਉਂਕਿ ਕਾਲ ਵੀ ਤੂੰ ਹੀ ਬਣਾਇਆ। ਤੂੰ ਅਕਾਲ ਮੂਰਤ ਹੈ, ਜੂਨੀਆਂ ਤੋਂ ਰਹਿਤ ਕਿਸੇ ਜੂਨੀ ਵਿੱਚ ਨਹੀਂ ਮੇਰਾ ਪ੍ਰਭੂ ਆਉਂਦਾ। ਸੁਤੇ ਪ੍ਰਕਾਸ਼ ਹੈ ਆਪਣੇ ਆਪ, ਤੈਨੂੰ ਮਨ ਵਿੱਚ ਸਿਮਰ ਕੇ ਸੀਤਲ ਹੁੰਦੇ ਹਾਂ। ਮਨ ਸਿਮਰਤ ਠੰਡਾ ਥੀਵਾ ਜੀ, ਸਦਾ ਸੰਗੀ ਹਰ ਰੰਗ ਗੋਪਾਲਾ। ਊਚ ਨੀਚ ਕਰੇ ਪ੍ਰਤਪਾਲਾ। ਹੇ ਗੋਪਾਲ, ਜੋ ਤੇਰੇ ਵਿੱਚ ਪ੍ਰੇਮ ਕਰਦੇ ਨੇ ਮੇਰੇ ਵਾਹਿਗੁਰੂ, ਤਿਨਾਂ ਦੇ ਆਪ ਸਦਾ ਸੰਗੀ।
ਊਚ ਨੀਚ ਸਰਬ ਦੀ ਪ੍ਰਤੀਪਾਲਨਾ ਕਰਦੇ। ਨਾਮ ਰਸਾਇਣ ਮਨ ਤ੍ਰੈ ਪਤਾਇਣ ਗੁਰਮੁਖ ਅੰਮ੍ਰਿਤ ਪੀਵਾ ਜੀਓ। ਤੇਰਾ ਨਾਮ ਰਸਾਂ ਦਾ ਕਰ, ਮਨ ਦੇ ਤ੍ਰਿਪਤ ਕਰਨ ਵਾਲਾ। ਇਹ ਅੰਮ੍ਰਿਤ ਗੁਰੂ ਦੁਆਰਾ ਪੀਂਦੇ। ਦੁੱਖ ਸੁਖ ਪਿਆਰੇ ਤੁਧ ਧਿਆਈ ਇਹ ਸਮਤ ਗੁਰੂ ਤੇ ਪਾਈ। ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਮੇਰੇ ਗੁਰੂ ਨਾਨਕ, ਦੁੱਖ ਵਿੱਚ ਸੁੱਖ ਵਿੱਚ ਤੈਨੂੰ ਜਪਦਾ, ਤੇਰੇ ਅੱਗੇ ਅਰਦਾਸ। ਇਹ ਸ੍ਰੇਸ਼ਟ ਮਤ ਉੱਤਮ ਮਤ ਮੈਂ ਗੁਰੂ ਤੋਂ ਪਾਈ। ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜੀਓ। ਮੇਰੀ ਓਟ ਤਾਂ ਖੇ ਸੁਆਮੀ ਤੂੰ ਹੀ ਹੈ। ਹੇ ਵਾਹਿਗੁਰੂ, ਤੇਰੇ ਪ੍ਰੇਮ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋਵਾਂਗਾ, ਕਿਉਂਕਿ ਤੂੰ ਮਾਲਕ ਹੀ ਹੈ ਦੀਨ ਦੁਨੀਆ ਦਾ। ਵਾਜ ਮਹੱਲਾ ਪੰਜੋਵਾਂ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਸਫਲ ਦਰਸ਼ਨ ਨੇਤਰ ਪੇਖਤ ਦਰਿਆ। ਉਹ ਵੇਲਾ ਧਨ ਜਿਸ ਵਕਤ ਮੈਨੂੰ ਪੂਰਨ ਗੁਰੂ ਮਿਲਿਆ। ਨੇ ਨੇਤਰਾਂ ਨਾਲ ਦੇਖਿਆ ਤੇ ਨੇ ਨੇਤਰ ਸਫਲ ਹੋ ਗਏ। ਸੰਸਾਰ ਸਮੁੰਦਰ ਤੋਂ ਤਰ ਗਏ, ਮੈਂ ਤਰਿਆ ਸਾਂ। ਧਨ ਮੂਰਤ ਚਸੇ ਪਲ ਘੜੀਆਂ ਧਨ ਓਏ ਧਨ ਸੋ ਓਏ ਸੰਜੋਗਾ ਜੀਓ। ਧਨ ਮੂਰਤ ਜੈਸੇ ਪਲ ਘੜੀਆਂ ਧਨ ਸੋ ਓਏ ਸੰਜੋਗਾ ਜੀਓ। ਜਿਸ ਸਮੇਂ ਸਤਿਗੁਰੂ ਦਾ ਮਿਲਾਪ ਹੋਇਆ ਉਹ ਚਸਾ ਮੂਰਤ ਦੋ ਘੜੀਆਂ ਪਲ ਵੀ ਧਨ ਦਾ ਜੋਗ ਨੇ। ਧਨ ਉਹ ਪੂਰਬਲੇ ਸ਼ੁਭ ਕਰਮ ਜਿਨ੍ਹਾਂ ਕਰਕੇ ਗੁਰੂ ਦਾ ਮੇਲ ਹੋਇਆ। ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਗੁਰੂ ਦੀ ਸੰਗਤ ਦੇ ਵਾਸਤੇ ਪੁਰਖਾਰਥ ਕਰਨੇ ਸੇ ਮਨ ਨਿਰਮਲ ਹੋ ਗਿਆ। ਗੁਰੂ ਦੁਆਰੇ ਹਰੀ ਮਾਰਗ ਵਿੱਚ ਚੱਲੇ ਆ, ਸੰਪੂਰਨ ਭਰਮ ਵੀ ਦੂਰ ਹੋ ਗਿਆ। ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾਂ ਜੀਓ। ਨਾਮ ਜੋ ਨਿਧਾਨ ਦਾ ਕਰ ਸਤਿਗੁਰਾਂ ਨੇ ਸੁਣਾਇਆ, ਸੰਪੂਰਨ ਰੋਗ ਮਿਟ ਗਏ। ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈ ਆਪ ਵਖਾਣੀ। ਇਹ ਪ੍ਰਭੂ ਅੰਤਰ ਪਰਾ ਪਸੰਤੀ ਮਧਵਾ ਔਰ ਬਾਦ ਬੈਖਰੀ ਇਹ ਤੇਰੀ ਬਾਣੀ ਹੈ। ਤੇ ਆਪ ਕਥਨ ਕੀਤੀ ਵੇਦ ਦੁਆਰੇ ਪ੍ਰਗਟ ਕੀਤੀ। ਇਹਨੇ ਆਪ ਹੀ ਅਚਰਜ ਸਰੂਪ ਕਰਕੇ ਵਿਖਿਆਨ ਕੀਤੀ। ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਓ। ਇਸ ਬੇਰੂ ਬਾਣੀ ਦੇ ਸੰਧਾਨ ਤੋਂ ਲੈ ਕੇ ਗੁਰੂ ਨੇ ਐਸੇ ਕਥਨ ਕੀਤਾ ਕਿ ਭੂਤ ਕਾਲ ਵਿੱਚ ਵੀ ਇੱਕ ਅਦੁੱਤੀ ਬ੍ਰਹਮ ਸੀ, ਅਬ ਵੀ ਇੱਕ, ਵਕਤ ਕਾਲ ਵਿੱਚ ਵੀ ਦੂਜਾ ਨਹੀਂ ਹੋਵੇਗਾ, ਇੱਕ ਹੀ ਹੋਵੇਗਾ। ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ। ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਐਸਾ ਫਿਰ ਰਸ ਹੈ ਨਾਮ ਦਾ। ਔਰ ਗੁਰੂ ਤੋਂ ਪੀਤਾ ਗੁਰੂ ਨੇ ਬਖਸ਼ਿਸ਼ ਕੀਤੀ, ਕਿਉਂਕਿ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਲਿਆ ਭਾਈ ਤਿਨਾਂ ਦਾ ਹਰ ਨਾਮ ਹੀ ਭੋਜਨ ਬਣ ਗਿਆ। ਉਹਨਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਨਾਮ ਜਪਦੇ ਨੇ। ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਐ। ਫਿਰ ਬਖਸ਼ੀਸ਼ਾਂ ਮਿਲਦੀਆਂ ਨੇ, ਦੁੱਖਾਂ ਦਾ ਭਾਵ ਹੋ ਜਾਂਦਾ। ਪਾਤਸ਼ਾਹ ਫਰਮਾਉਂਦੇ ਨੇ ਖਰੀ ਦੇ ਨਾਮ ਦਾ ਹੀ ਪਹਿਨਣ ਹੋਇਆ। ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਥੀਆ। ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਕੀਨੈ ਭੋਗਾ ਜੀਓ। ਪਾਤਸ਼ਾਹ
ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਗੁਰੂ ਨਾਨਕ ਪਾਵਨ ਉਪਦੇਸ਼ ਦਿੰਦੇ ਨੇ, ਭਾਈ ਪਿਆਰਿਓ, ਨਾਮ ਰੰਗ ਨਾਮ ਚੋਜ ਤਮਾਸ਼ੇ, ਨਾਉ ਨਾਨਕ ਕੀਨੈ ਭੋਗਾ ਜੀ। ਨਾਮ ਦਾ ਹੀ ਆਨੰਦ, ਨਾਮ ਦੇ ਅਚਰਜ ਤਮਾਸ਼ੇ, ਨਾਮ ਦਾ ਹੀ ਭੋਗਣਾ ਕੀਤਾ। ਭਾਵ ਕਿ ਸਦ ਵਿੱਚ ਪਰਮੇਸ਼ਰ ਨਾਮੀ ਨੂੰ ਹੀ ਜਾਣੇ ਕਿ ਮੇਰਾ ਵਾਹਿਗੁਰੂ ਪਰਵਰਦਗਾਰ ਘਟ ਘਟ ਵਿੱਚ ਵਿਆਪਿਆ, ਆਪ ਬੈਠਾ। ਮਾਝ ਮਹੱਲਾ ਪੰਜਵਾਂ, ਸਗਲ ਸੰਤਨ ਬਹਿ ਵਸਤ ਇਕ ਮੰਗੋ, ਕਰੋ ਬੇਨੰਤੀ ਮਾਨ ਤਿਆਗੋ। ਕਿ ਮਹਾਰਾਜ ਸਰਬ ਸੰਤ ਜਨਾਂ ਦੇ ਪਾਸ ਇੱਕ ਜੋ ਧੂੜੀ ਰੂਪ ਵਸਤੂ ਤੋਂ ਮੈਂ ਮੰਗਦਾ ਸਾਂ, ਮਾਨ ਤਿਆਗ ਕੇ ਬੇਨਤੀ ਕਰਦਾ ਸਾਂ। ਵਾਰ ਵਾਰ ਜਾਈ ਲਖ ਵਰੀਆ, ਦਿਓ ਸੰਤਨ ਕੀ ਧੂਰਾ ਜੀਓ। ਅਨੇਕ ਵਾਰੀ ਤੁਹਾਡੇ ਉੱਪਰੋਂ ਬਲੇਖਾਰ ਜਾਂਦਾ ਸਾਂ, ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਦੇਵੋ। ਤੁਮ ਦਾਤੇ ਤੁਮ ਪੁਰਖ ਬਦਾਤੇ, ਤੁਮ ਸਮਰੱਥ ਸਦਾ ਸੁਖ ਦਾਤੇ। ਤੁਸੀਂ ਦਾਤੇ ਹੋ, ਵਿਧਾਤਾ ਪੁਰਖ ਹੋ, ਤੁਸੀਂ ਸਰਬ ਸੁੱਖਾਂ ਦੇ ਦੇਣ ਨੂੰ ਸਮਰੱਥ ਹੋ ਮੇਰੇ ਸਤਿਗੁਰੂ। ਸਭ ਕੋ ਤੁਮ ਹੀ ਤੇ ਵਰਸਾਵੈ, ਅਵਸਰ ਕਰੋ ਹਮਾਰਾ ਪੂਰਾ ਜੀਓ। ਸਭ ਕੋਈ ਆਪ ਤੋਂ ਵਸਾਉਂਦਾ, ਸਭ ਜੀਵ ਆਪ ਸੇ ਸਾਰੇ ਪਦਾਰਥਾਂ ਨੂੰ ਪ੍ਰਾਪਤ ਹੁੰਦੇ ਨੇ। ਔਰ ਸਮੇਂ ਮਨੁੱਖ ਜਨਮ ਸਾਡਾ ਸਫਲ ਕਰੋ। ਦਰਸ਼ਨ ਤੇਰਾ ਭਵਨ ਬਨੀਤਾ, ਆਤਮ ਗੜ ਬੇਖਮ ਤਿਨੋ ਹੀ ਜੀਤਾ। ਇਹ ਮਹਾਰਾਜ ਤੇਰੇ ਦਰਸ਼ਨ ਕਰਕੇ 14 ਲੋਕ ਪਾਵਨ ਹੁੰਦੇ ਨੇ। ਜਿਨ੍ਹਾਂ ਨੇ ਦਰਸ਼ਨ ਕੀਤਾ ਤਿਨਾਂ ਨੇ ਮਨ ਰੂਪੀ ਕਠਿਨ ਕਿਲਾ ਜਿੱਤ ਲਿਆ। ਤੁਮ ਦਾਤੇ ਤੁਮ ਪੁਰਖ ਬਦਾਤੇ, ਤੁਮ ਜੀ ਬੜੇ ਅਵਰ ਨਾ ਸੂਰਾ ਜੀਓ। ਤੁਸੀਂ ਦਾਤੇ ਹੋ, ਵਧਾਤੇ ਪੁਰਖ ਹੋ, ਤੇਰੇ ਜੈਸਾ ਵੱਡਾ ਕੋਈ ਸੂਰਵੀਰ ਨਹੀਂ। ਰੇਨ ਸੰਤਨ ਕੀ ਮੇਰਾ ਮੁਖ ਲਾਗੀ, ਦੁਰਮਤ ਬੈਨਸੀ ਕੋ ਬੋਧ ਅਭਾਗੀ। ਜਬ ਸੰਤਾਂ ਦੀ ਚੰਨ ਧੂੜੀ ਮੇਰੇ ਮੁਖ ਮੇ ਲੱਗੀ, ਤਬ ਖੋਟੀ ਸਿੱਖਿਆ ਦੇ ਧਨ ਵਾਲੀ ਕੋ ਬੁੱਧ ਨਸ਼ਟ ਹੋ ਗਈ। ਸੱਚ ਘਰ ਵੈਸ ਰਹੇ ਗੁਣ ਗਾਏ, ਨਾਨਕ ਬਿਨ ਸੇ ਕੂਰਾ ਜੀਓ। ਜब परमेश्वर के गुण गायन कीर्त करने से झूठ आदि विकार नाश हो गए, तब सच घर विच बैठ गए। ਸਰੂਪ ਵਿੱਚ ਹੀ ਅਭੇਦ ਹੋ ਗਏ, ਸਤਸੰਗ ਘਰ ਵਿੱਚ ਸਥਿਤ ਹੋ ਰਹੇ ਔਰ ਗੁਣਾਂ ਨੂੰ ਗਾਇਨ ਕੀਤਾ, ਜਨਮ ਸਫਲ ਹੋ ਗਿਆ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। हे अच्युत पार ब्रह्म अविनाशी